ਪਾਕਿਸਤਾਨ ਨੇ ਇੰਨੀ ਮਹਾਰਤ ਦਿਖਾਈ ਕਿ ਇੰਡੀਆ ਨੇ ਆਪਣੇ ਹੱਥ ਜਾਂ ਖੜੇ ਕਰ ਦਿੱਤੇ ਜਾਂ ਘੁਟਨੇ ਟੇਕ ਦਿੱਤੇ, ਤੁਸੀਂ ਇਹਨੂੰ ਜਿੱਦਾਂ ਵੀ ਕਹਿ ਲਓ। ਹੂੰ, ਇਹ ਸਾਰਾ ਕੰਮ ਕਿੰਨੇ 28 ਮਿੰਟਾਂ 'ਚ ਹੋ ਗਿਆ। ਜੀ 28 ਮਿੰਟਾਂ ਦੇ ਅੰਦਰ ਅੰਦਰ ਪਾਕਿਸਤਾਨ ਨੇ ਇੰਡੀਆ ਦੇ 5 ਜਹਾਜ਼ ਡੇਗ ਲਏ, ਹੂੰ ਜਿਹਨੂੰ ਇਹਨਾਂ ਦੇ 26 에ਅਰ ਬੇਸਾਂ ਤੇ ਹਮਲਾ ਕੀਤਾ ਹੂੰ ਇੰਡੀਆ ਨੇ। ਅੱਛਾ, ਉਹ ਜਿਹੜੇ 26 에ਅਰ ਬੇਸਾਂ ਤੇ ਹਮਲਾ ਕੀਤਾ, ਉਹਦੇ ਵਿੱਚ ਇਹਨਾਂ ਦੇ ਬਹੁਤ ਨੁਕਸਾਨ ਹੋਇਆ। ਇੰਡੀਆ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਇੰਡੀਆ ਦਾ, ਜੋ ਆਦਮਪੁਰ ਵਿਖੇ S-400 에ਅਰ ਡਿਫੈਂਸ ਸਿਸਟਮ ਆ, ਉਹ ਤੈਨਾਤ ਸੀ। ਉਹ $9 ਬਿਲੀਅਨ ਦਾ ਆ। ਓਕੇ ਇਹਦੇ ਵਿੱਚੋਂ 3 ਰਫਾਲ, ਇੱਕ Su-30 ਜੀ ਤੇ ਇੱਕ MiG-29। ਹੂੰ ਉਹ ਮੈਂ ਤੁਹਾਨੂੰ ਅੱਗੇ ਦਿਖਾਊਂਗਾ ਵੀ ਕਿਹੜੀ ਕਿਹੜੀ ਥਾਂ ਤੇ ਡਿੱਗੇ ਉਹ। ਪਰ ਇੰਡੀਆ ਮੈਂ 에ਅਰ ਫੋਰਸ ਆਪਣੀ ਜਿਹੜੀ ਸ਼ੁਰੂਆਤ ਕੀਤੀ ਸੀ, ਮੈਂ ਉਹਦੇ ਚੋਂ ਐਜ਼ ਅ ਫਲਾਈਟ ਲੈਫਟੀਨੈਂਟ ਰਿਟਾਇਰ ਹੋਇਆ 2008 ਚ। ਜੀ ਇਹ ਜਿਹੜੇ ਜਹਾਜ਼ ਉੜੇ ਤੇ ਜਿਹੜੇ ਪਾਕਿਸਤਾਨ ਵਿੱਚ ਵੜੇ ਵੀ ਨਹੀਂ, ਉਹਨਾਂ ਵਿੱਚੋਂ ਪਾਕਿਸਤਾਨ ਨੇ 5 ਜਹਾਜ਼ ਢਾਲੇ। ਜੀ ਇਹ ਪੂਰੀ ਹਿੰਦੁਸਤਾਨ ਦੀ ਜਿਹੜੀ ਆਰਮਡ ਫੋਰਸਿਸ ਨੂੰ ਪ੍ਰੂਵ ਕਰ ਦਿੱਤਾ ਕਿ ਤੁਸੀਂ ਜੇ ਅੱਗੇ ਲੜੇ ਤੇ ਤੁਸੀਂ ਖਤਮ ਹੈ। ਹੂੰ ਇਹ ਮੈਂ ਜਹਾਜ਼ ਉੜਨੇ ਸ਼ੁਰੂ ਹੋਏ 12:10 ਤੇ, ਠੀਕ ਇਹਨਾਂ ਹੈ ਨੇ ਜੀ ਦੇਖਣੇ ਸ਼ੁਰੂ ਕਰ 12:30 ਤੱਕ ਤੁਸੀਂ ਦੇਖੋਗੇ ਜਿਹੜੀ ਪੋਜੀਸ਼ਨ ਹੈ ਆ ਬਣ ਗਈ। ਤਾਂ ਇਹਨਾਂ ਨੇ ਜਦ ਮਿਜ਼ਾਈਲਾਂ ਛੱਡੀਆਂ ਨਾ ਆਪਣੇ ਅੰਦਰੋਂ, ਪਾਕਿਸਤਾਨ ਦੇ ਸੈਂਸਰ ਇੰਨੇ ਤਕੜੇ ਸਨ ਕਿ ਉਹਨਾਂ ਨੇ ਜਹਾਜ਼ ਤੋਂ ਲਾਂਚ ਹੋਈ ਮਿਜ਼ਾਈਲ ਵੀ ਫੜ ਲਈ। ਹੂੰ ਉਹਨਾਂ ਨੇ ਦੱਸਤਾ ਇਹਨਾਂ ਨੂੰ ਕਿ ਭਾਈ ਇਹਨਾਂ ਨੇ ਮਿਜ਼ਾਈਲਾਂ, ਇਹ ਇਹਨਾਂ ਨੂੰ ਫੜਨਾ ਰਡਾਰ ਦੇ ਨਾਲ ਉਹ ਕੈਪੇਬਿਲਿਟੀ ਪਾਕਿਸਤਾਨ ਕੋਲ ਸੀ। ਹੂੰ ਕੈਪੇਬਿਲਿਟੀ ਸੀ ਕਿ ਇਹ ਵੀ ਪਛਾਣ ਸਕਦੇ ਸੀ ਕਿ ਇਹਨਾਂ ਵਿੱਚੋਂ ਰਫਾਲ ਕਿਹੜਾ ਆ, MiG-29 ਕਿਹੜਾ ਆ, ਓਕੇ Su-30 ਕਿਹੜਾ। ਹੂੰ ਉਹ ਡਿੱਗੇ ਕਸ਼ਮੀਰ ਚ, 3 ਡਿੱਗੇ ਕਸ਼ਮੀਰ ਚ। ਮੈਂ ਤੁਹਾਨੂੰ ਲੋਕੇਸ਼ਨ ਦਿਖਾਉਂਦਾ ਇਹਨਾਂ ਦੀਆਂ। ਜੀ ਇੱਥੇ ਰਫਾਲ ਇੱਧਰ ਆਪਣਾ ਪੰਜਾਬ ਚ ਡਿੱਗਿਆ, ਟੋਟਲ 5 ਡਿੱਗੇ, ਠੀਕ ਆ। ਜੀ ਤਾਂ ਜੋ ਕੁਝ ਵੀ ਹੋਇਆ, ਕੀ ਕੁਝ ਹੋਇਆ, ਤੁਹਾਡੇ ਕੋਲ ਕੀ ਇਨਫੋਰਮੇਸ਼ਨ ਹੈ, ਕਿੰਨੇ ਕੀ ਸੱਚ ਬੋਲਿਆ, ਕਿੰਨੇ ਕੀ ਝੂਠ ਬੋਲਿਆ, ਤੁਸੀਂ ਮਾੜੀ ਮੋਟੀ ਪਿਕਚਰ ਕਲੀਅਰ ਕਰਕੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਪਲੀਜ਼। ਹਾਂਜੀ ਹਾਂਜੀ, ਸਰਦਾਰ ਜਸਪਾਲ ਫੋਰਸਿਸ ਦਾ ਵੈਟਰਨ, ਤੇ ਮੈਂ 에ਅਰ ਫੋਰਸ ਆਪਣੀ ਜਿਹੜੀ ਸ਼ੁਰੂਆਤ ਕੀਤੀ ਸੀ, ਮੈਂ ਉਹਦੇ ਚੋਂ ਐਜ਼ ਅ ਫਲਾਈਟ ਲੈਫਟੀਨੈਂਟ ਰਿਟਾਇਰ ਹੋਇਆ 2008 ਚ। ਜੀ ਤੇ ਜਿਹੜਾ ਮੇਰਾ ਖਿੱਤਾ ਸੀ 에ਅਰ ਫੋਰਸ ਚ, ਉਹ ਹੈਗਾ ਸੀ 에ਅਰ ਡਿਫੈਂਸ ਦਾ। ਹੂੰ ਤੇ ਆ ਜੋ ਵੀ ਭਾਰਤ ਤੇ ਪਾਕਿਸਤਾਨ ਵਿੱਚ ਜਿਹਨੂੰ ਜੰਗ ਕਿਹਾ ਜਾਂਦਾ, ਇਹ ਜ਼ਮੀਨੀ ਜੰਗ ਨਹੀਂ ਹੋਈ, ਨਾ ਨੇਵੀ ਦੀ ਜੰਗ ਹੋਈ, ਹੂੰ ਪਰ ਇਹ ਹਵਾਈ ਜੰਗ ਬਹੁਤ ਵੱਡੀ ਹੋਈ। ਤੇ ਇਹ ਇਸ ਪੱਧਰ ਦੀ ਹਵਾਈ ਜੰਗ ਹੋਈ ਹੈ ਕਿਉਂਕਿ ਉਹ ਹਵਾਈ ਜੰਗ ਸੀ, ਇਸ ਕਰਕੇ ਲੋਕਾਂ ਤੇ ਹਲੇ ਉਹਦਾ ਇੰਨਾ ਅਸਰ ਪਿਆ ਨਹੀਂ, ਲੋਕਾਂ ਨੂੰ ਪਤਾ ਘੱਟ ਲੱਗਿਆ। ਬਟ ਇਹ ਹਵਾਈ ਜੰਗ ਇਹੀ ਜੀ ਹੋਈ ਕਿ ਬਹੁਤਾ ਜ਼ਿਆਦਾ ਨੁਕਸਾਨ ਲੋਕਾਂ ਦਾ ਨਾ ਹੁੰਦੇ ਹੋਏ ਵੀ ਪਾਕਿਸਤਾਨ ਨੇ ਇੰਨੀ ਮਹਾਰਤ ਦਿਖਾਈ ਕਿ ਇੰਡੀਆ ਨੇ ਆਪਣੇ ਹੱਥ ਜਾਂ ਖੜੇ ਕਰ ਦਿੱਤੇ ਜਾਂ ਘੁਟਨੇ ਟੇਕ ਦਿੱਤੇ, ਤੁਸੀਂ ਇਹਨੂੰ ਜਿੱਦਾਂ ਵੀ ਕਹਿ ਲਓ। ਹੂੰ ਹੁਣ ਤੁਸੀਂ ਕਹੋਗੇ ਇੰਡੀਆ ਤਾਂ ਐਡੀ ਵੱਡੀ ਤਾਕਤ ਹੈ, ਤੇ ਉਹ ਪਾਕਿਸਤਾਨ ਇੱਕ ਛੋਟਾ ਦੇਸ਼ ਹੈ, ਆਲਮੋਸਟ 1/5 ਉਹਦੀ ਸਾਈਜ਼ ਦਾ ਆ, ਨਾ ਉਹਨਾਂ ਕੋਲ ਪੈਸਾ ਆ, ਤੇ ਉਹਨਾਂ ਨੇ ਐਡੀ ਵੱਡੀ ਕੰਟਰੀ ਦੀ 에ਅਰ ਫੋਰਸ ਨੂੰ ਮਾਤ ਕੀਤਾ ਦਿੱਤੀ। ਇਹ ਇੱਕ ਬਹੁਤ ਵੱਡਾ ਇਵੈਂਟ ਹੋਇਆ ਜੀ ਇਸ ਜਿਹੜੀ ਜੰਗ ਨੂੰ। ਇਹ ਜਿਹੜੀ ਇਹਨਾਂ ਦੇ ਆਪਸ ਵਿੱਚ ਜੋ ਹਵਾਈ ਜੰਗ ਹੋਈ, ਇਹ ਇਸ ਕਦਰ ਸੀ, ਇੰਨੀ ਵੱਡੀ ਸੀ ਤੇ ਇੰਨੇ ਛੋਟੇ ਸਪੇਸ ਵਿੱਚ ਸੀ, ਇਹਨੂੰ ਸਾਰੀ ਦੁਨੀਆ ਦੇਖ ਰਹੀ ਸੀ ਕਿਉਂਕਿ ਪਹਿਲੀ ਵਾਰ ਹਿਸਟੋਰੀਕਲੀ ਦੁਨੀਆ ਵਿੱਚ ਇੰਨੇ ਛੋਟੇ ਸੈਚੂਰੇਟਡ 에ਅਰ ਸਪੇਸ ਵਿੱਚ ਇੰਨੇ ਮਾਡਰਨ ਲੜਾਕੇ, ਮਾਡਰਨ ਰਡਾਰਸ, ਮਾਡਰਨ ਸੈਂਸਰ, ਦੇ ਵਿੱਚ ਸੈਟਲਾਈਟਸ ਵੀ ਇਨਵੋਲਵ ਸਨ, ਜੀ ਇਲੈਕਟ੍ਰੋਨਿਕ ਵਾਰਫੇਅਰ ਵੀ ਇਨਵੋਲਵ ਸੀ, ਸਾਈਬਰ ਵਾਰਫੇਅਰ ਵੀ ਇਨਵੋਲਵ ਸੀ। ਇਹਨੂੰ ਆਪਾਂ ਕਹਿੰਦੇ ਹਾਂ ਮਲਟੀ ਡੋਮੇਨ ਵਾਰਫੇਅਰ। ਹਾਂਜੀ ਬਹੁਤ ਇੱਕ ਟੈਕਨੀਕਲ ਡੋਮੇਨ ਗੱਲ ਮੈਨੂੰ ਸਮਝਾਈ ਮੈਂ ਹੁਣ। ਤੁਹਾਨੂੰ ਜੀ 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 ਮੈਂ ਤੁਹਾਨੂੰ ਹੁਣ ਵਿਜ਼ੂਅਲ ਦੇ ਕੇ ਵੀ ਸਮਝਾਵਾਂਗਾ। ਹੂੰ ਅੱਜ ਕੱਲ੍ਹ ਦੀ ਦੁਨੀਆ ਵਿੱਚ ਮਲਟੀ ਡੋਮੇਨ ਵਾਰਫੇਅਰ, ਇੱਕੋ ਜਿਵੇਂ ਹਵਾਈ ਜਹਾਜ਼ ਉੱਡ ਰਹੇ ਨੇ ਇੱਕ ਡੋਮੇਨ ਹੈ, ਜੀ ਇਲੈਕਟ੍ਰੋਨਿਕ ਵਾਰਫੇਅਰ ਜਿਹੜੀ ਤਰੰਗਾਂ ਨਾਲ ਜੰਗ ਲੜੀ ਜਾ ਰਹੀ ਹੈ ਉਹ ਇੱਕ ਡੋਮੇਨ ਹੈ, ਸਾਈਬਰ ਇੱਕ ਅੱਡ ਡੋਮੇਨ ਹੈ, ਜੀ ਸਪੇਸ ਇੱਕ ਅੱਡ ਡੋਮੇਨ ਹੈ। ਇਹ ਸਾਰੇ ਡੋਮੇਨ ਦੇ ਵਿੱਚ ਇਨਵੋਲਵ ਸਨ। ਘੱਟ ਤੋਂ ਘੱਟ 4 ਡੋਮੇਨਸ ਵਿੱਚ ਇਹ ਲੜਾਈ ਹੋਈ। ਲੜਾਈ ਜ਼ਿਆਦਾ ਨਹੀਂ ਚੱਲੀ, ਲੜਾਈ ਚੱਲੀ ਤੁਹਾਡੀ 1.5 ਘੰਟਾ, ਜੀ ਪਰ ਉਸ 1.5 ਘੰਟੇ ਦੀ ਲੜਾਈ ਵਿੱਚ ਕਿੱਦਾਂ ਉਹਨਾਂ ਨੇ ਪੂਰੀ ਹਿੰਦੁਸਤਾਨ ਦੀ ਜਿਹੜੀ ਆਰਮਡ ਫੋਰਸਿਸ ਨੂੰ ਪ੍ਰੂਵ ਕਰ ਦਿੱਤਾ ਕਿ ਤੁਸੀਂ ਜੇ ਅੱਗੇ ਲੜੇ ਤੇ ਤੁਸੀਂ ਖਤਮ ਹੈ। ਹੂੰ ਇਹ ਮੈਂ ਤੁਹਾਨੂੰ ਸਮਝਾਵਾਂਗਾ ਤੁਹਾਡੇ ਸਰੋਤਿਆਂ ਨੂੰ, ਕਿਉਂਕਿ ਇਹ ਜਿਹੜੀ ਇਸ ਮਾਡਰਨ ਜੰਗ, ਇੰਨੀ ਮਾਡਰਨ ਜੰਗ, ਇੰਨੇ ਮਾਡਰਨ ਹਥਿਆਰਾਂ ਨਾਲ, ਤੇ ਦੋਨੋਂ ਪਾਸੇ ਜਿਹੜੇ ਹਥਿਆਰ ਸਨ ਉਹ ਦੁਨੀਆ ਦੇ ਸਭ ਤੋਂ ਮਾਡਰਨ ਹਥਿਆਰ ਸਨ। ਜਿਵੇਂ ਇੰਡੀਆ ਕੋਲ ਰਫਾਲ ਜਹਾਜ਼ ਸੀ, ਉਹ ਸਿਰਫ 4.5th ਜਨਰੇਸ਼ਨ ਆ, ਹੂੰ ਸਿਰਫ 5th ਜਨਰੇਸ਼ਨ ਅਮਰੀਕਾ ਕੋਲ ਆ, ਠੀਕ ਆ। ਤੇ ਇੰਡੀਆ ਕੋਲ S-400 ਮਿਜ਼ਾਈਲ ਡਿਫੈਂਸ ਸਿਸਟਮ ਦੁਨੀਆ ਦਾ ਸਭ ਤੋਂ ਤਕੜਾ। ਰਫਾਇਲ ਬਾਰੇ ਮਾੜਾ ਦੱਸੋ ਦੁਬਾਰਾ, ਇੰਡੀਆ ਕੋਲ ਕਿਹੜਾ ਤੇ ਅਮਰੀਕਾ ਕੋਲ ਕਿਹੜਾ ਆ? ਇੰਡੀਆ ਕੋਲ ਜਿਹੜੇ ਸਭ ਤੋਂ ਤਕੜੇ ਜਹਾਜ਼ ਸਨ, 3 ਸਨ। ਇੱਕ ਰਸ਼ੀਅਨ ਮੰਗ ਸਕਦੇ ਹੋ, ਇਹ ਵੀ ਕੋਈ ਮਾੜੇ ਜਹਾਜ਼ ਨਹੀਂ, ਚੰਗੇ ਜਹਾਜ਼ ਨੇ, ਚੰਗੀਆਂ ਮਿਜ਼ਾਈਲਾਂ। ਫਿਰ ਉਹਨਾਂ 'ਚ ਜਿਹੜੀਆਂ ਮਿਜ਼ਾਈਲਾਂ ਲੱਗੀਆਂ ਨੇ ਉਹ ਵੀ ਇੰਨੀਆਂ ਐਡਵਾਂਸਡ ਮਿਜ਼ਾਈਲਾਂ, ਠੀਕ ਆ। ਜਿਹੜੀਆਂ ਮਿਜ਼ਾਈਲਾਂ ਉਹਨਾਂ 'ਚ ਲੱਗੀਆਂ ਨੇ 2 ਤਰੀਕੇ ਦੀ ਹੁੰਦੀਆਂ ਨੇ, ਇੱਕ ਹੁੰਦੀਆਂ 에ਅਰ ਟੂ ਗਰਾਊਂਡ, ਇੱਕ ਜੀ ਹੁੰਦੀਆਂ 에ਅਰ ਟੂ 에ਅਰ। ਮੈਂ ਤੁਹਾਨੂੰ ਮੈਂ ਪੂਰਾ ਵਿਜ਼ੂਅਲ ਦਿਖਾ ਕੇ ਦਿਖਾਊਂਗਾ ਕਿ ਵੀ ਇੰਡੀਆ ਨੇ ਉਹ ਹਮਲਾ ਕੀਤਾ ਜੋ ਇਹਨਾਂ ਨੇ ਦਿਖਾਇਆ ਨਾ ਕਿ ਅਸੀਂ 9 ਟਿਕਾਣੇ ਅੜਾਏ। ਇਹਨਾਂ ਨੇ 6 ਤੇ 7 ਦੀ ਰਾਤ ਵਿੱਚ ਇੰਡੀਆ ਨੇ ਤਕਰੀਬਨ 60 ਜਹਾਜ਼ ਭੇਜੇ ਇਕੱਠੇ। ਓਕੇ 60 ਜਹਾਜ਼, 60 ਤੇ ਇੱਕ ਟਾਈਮ 'ਚ 72 ਜਹਾਜ਼ ਹਵਾ ਵਿੱਚ ਸਨ ਤੇ ਟੋਟਲ। ਉਹ ਜਹਾਜ਼ਾਂ ਦਾ ਕੰਮ ਸੀ ਕਿ ਇਹਨਾਂ ਦੇ ਜਿਹੜੇ 9 ਟਿਕਾਣੇ ਨੇ, ਜਿਹੜੇ ਇਹਨਾਂ ਨੇ ਸਿਵਿਲੀਅਨ ਏਰੀਆ ਵਿੱਚ ਆਇਡੈਂਟੀਫਾਈ ਕੀਤੇ ਸੀ, ਜਿਨ੍ਹਾਂ ਨੂੰ ਇੰਡੀਆ ਕਹਿੰਦਾ ਸੀ ਕਿ ਇਹ ਅੱਤਵਾਦੀਆਂ ਦੇ ਟਿਕਾਣੇ ਨੇ, ਉਹਨਾਂ ਦੇ ਉੱਤੇ ਬੰਬ ਮਾਰਨਾ। ਜੀ ਪਰ ਇਹ ਜਦ ਗਏ ਆ, ਇਹਨਾਂ ਨੂੰ ਪਾਕਿਸਤਾਨ ਦੇ ਅੰਦਰ ਜਾਣ ਦੀ ਲੋੜ ਨਹੀਂ ਸੀ ਕਿਉਂਕਿ ਜੋ ਇਹਨਾਂ ਨੇ ਬੰਬ ਯੂਜ਼ ਕੀਤਾ, ਉਹ ਬੰਬ ਯੂਜ਼ ਕੀਤਾ ਸਕੈਲਪ ਇੱਕ ਫ੍ਰੈਂਚ ਬੰਬ ਆ, ਉਹ ਤੁਸੀਂ 250 किलोमीटर दूर तो छड़ सकते हैं। ओके अस्सलाम वालेकुम जी। तो नाज़रीन, ये थी हमारी आज की वीडियो। आपको बताते चलें कि पाकिस्तान ने जब जंग हुई थी भारत के साथ, 4 दिन की लड़ाई हुई थी, तब ही पाकिस्तान ने बता दिया था कि हमने भारत के इतने फाइटर जेट S-400 और पाकिस्तान ने भारत की इतनी बेसेस को तबाह किया है, लेकिन तब भारतीय ये बात नहीं मान रहे थे। अब 1 साल पूरा होने के बाद भारतीय मीडिया के सीनियर तज्जियानगार मीडिया पर आकर खुद बता रहे हैं कि पाकिस्तान ने हमारा बहुत नुकसान किया था। और आपको एक और बात बताता चलूँ कि अगर पाकिस्तान तब भारत को ना
शिकस्त देता तो भारत एक मरतबा फिर पाकिस्तान पर दोबारा से हमला करने की कोशिश करता। आप सब किस बारे में क्या राय है कमेंट सेक्शन में लाजमी बताएं। वीडियो अच्छी लगे तो लाइक एंड शेयर कर दें। चैनल को सब्सक्राइब नहीं किया तो लाजमी सब्सक्राइब कर लें।